ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੀਰੇ, ਇਹ ਕੀ ਹੋ ਗਿਆ? ਮਾਂ ਸਾਨੂੰ ਇੱਦਾਂ ਛੱਡ ਕੇ ਚਲੀ ਗਈ ਤੇ ਤੁਸੀਂ ਸਾਡੀ ਉਡੀਕ ਵੀ ਨਹੀਂ ਕੀਤੀ। ਮਾਂ ਨੂੰ ਲੈ ਕੇ ਜਾਣ ਲੱਗੇ ਇੱਕ ਧੀ ਸ਼ਮਸ਼ਾਨ ਘਾਟ ਵਿੱਚ ਪਹੁੰਚ ਕੇ ਰੋਂਦੇ ਹੋਏ ਆਪਣੇ ਭਰਾ ਨੂੰ ਸਵਾਲ 'ਤੇ ਸਵਾਲ ਕਰਦੀ ਜਾ ਰਹੀ ਸੀ। ਉਸ ਦਾ ਭਰਾ ਰਮੇਸ਼ ਬੋਲਿਆ, ਸਾਨੂੰ ਮਾਂ ਦਾ ਸਰੀਰ ਲੈ ਕੇ ਆਉਣਾ ਪਿਆ ਕਿਉਂਕਿ ਤੈਨੂੰ ਆਉਣ 'ਚ ਬਹੁਤ ਦੇਰ ਹੋ ਰਹੀ ਸੀ। ਉਹ ਕੀ ਆ ਨਾ ਵੀਰੇ, ਰਸਤੇ 'ਚ ਗੱਡੀ ਖਰਾਬ ਹੋ ਗਈ, ਇਸ ਲਈ ਪਹੁੰਚਣ 'ਚ ਦੇਰ ਹੋ ਗਈ। ਧੀ ਆਪਣੀ ਮਰੀ ਹੋਈ ਮਾਂ ਨੂੰ ਘੁੱਟ ਕੇ ਜੱਫੀ ਪਾ ਕੇ ਰੋ ਰਹੀ ਸੀ। ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਕਿ ਇੰਨੀ ਜਲਦੀ ਉਸ ਦੀ ਮਾਂ ਵੀ ਸਵਰਗ ਸਿਧਾਰ ਗਈ ਤੇ ਹੁਣ ਉਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ। ਕਦੇ ਮਾਂ ਦਾ ਪੱਲਾ ਫੜ ਕੇ ਰੋਂਦੀ ਤਾਂ ਕਦੇ ਮਾਂ ਦੇ ਮੱਥੇ ਨੂੰ ਚੁੰਮਦੀ। ਇਸ ਤਰ੍ਹਾਂ ਕਰਦੇ ਮਾਂ ਦੇ ਸਿਰ 'ਤੇ ਬੰਨੀ ਪੱਟੀ ਖਿਸਕ ਗਈ ਤਾਂ ਉਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ, ਕਿਉਂਕਿ ਪੱਟੀ ਹਟਦੇ ਹੀ ਜੋ ਦੇਖਿਆ ਉਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ ਤੇ ਫਿਰ ਉਹ ਪੂਰੇ ਸਰੀਰ ਨੂੰ ਬਹੁਤ ਧਿਆਨ ਨਾਲ ਦੇਖਣ ਲੱਗੀ। ਉਦੋਂ ਹੀ ਉਸ ਨੂੰ ਮਾਂ ਦੇ ਪੱਲੇ ਨਾਲ ਬੰਨੀ ਇੱਕ ਚਿੱਠੀ ਮਿਲੀ। ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਇੱਦਾਂ ਵੀ ਹੋ ਸਕਦਾ, ਕਿਉਂਕਿ ਉਸ ਪਰਚੀ 'ਚ ਲਿਖਿਆ ਸੀ ਕਿ ਉਸ ਦੀ ਮਾਂ ਮਨਜੀਤ ਅਜੇ ਕੁਝ ਦਿਨ ਪਹਿਲਾਂ ਹੀ ਆਪਣੇ ਵੱਡੇ ਮੁੰਡੇ ਤੇ ਨੂੰਹ ਦੇ ਘਰ ਰਹਿਣ ਲਈ ਸ਼ਹਿਰ ਆਈ ਸੀ, ਕਿਉਂਕਿ ਉਹਨਾਂ ਦੇ ਪੁੱਤ ਦੀ ਨੌਕਰੀ ਸ਼ਹਿਰ ਵਿੱਚ ਹੀ ਸੀ ਤੇ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਸ਼ਹਿਰ ਵਿੱਚ ਹੀ ਰਹਿੰਦਾ ਸੀ। ਜਦੋਂ ਤੱਕ ਮਨਜੀਤ ਜੀ ਦੇ ਪਤੀ ਦਰਸ਼ਨ ਸਿੰਘ ਜੀ ਜਿਉਂਦੇ ਸੀ ਉਦੋਂ ਤੱਕ ਉਹ ਉਹਨਾਂ ਦੇ ਨਾਲ ਪਿੰਡ 'ਚ ਹੀ ਰਹਿੰਦੀ ਸੀ। ਵੱਡੇ ਮੁੰਡੇ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਦੀ ਸ਼ਹਿਰ ਵਿੱਚ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਲੱਗ ਗਈ ਤਾਂ ਪਿਤਾ ਜੀ ਨੇ ਉਸ ਦਾ ਵਿਆਹ ਉਸ ਦੀ ਪਸੰਦ ਦੀ ਕੁੜੀ ਨਾਲ ਹੀ ਕਰ ਦਿੱਤਾ। ਉਂਝ ਤਾਂ ਪਿਤਾ ਜੀ ਤੇ ਉਸ ਦੀ ਮਾਂ ਪਿੰਡ ਵਿੱਚ ਹੀ ਆਪਣੇ ਜਾਤ ਦੀ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਸੀ, ਜੋ ਕਿ ਬਹੁਤ ਹੀ ਸੋਹਣੀ ਸੀ, ਪਰ ਆਪਣੇ ਪੁੱਤ ਦੀ ਜਿੱਦ ਦੇ ਅੱਗੇ ਉਹਨਾਂ ਨੂੰ ਝੁਕਣਾ ਪਿਆ ਤੇ ਉਸ ਦੀ ਪਸੰਦ ਦੀ ਕੁੜੀ ਨਾਲ ਉਸਨੇ ਆਪਣੇ ਮੁੰਡੇ ਦਾ ਵਿਆਹ ਧੂਮ-ਧਾਮ ਨਾਲ ਕਰ ਦਿੱਤਾ। ਉਹ ਆਪਣੀ ਪਤਨੀ ਨੂੰ ਲੈ ਕੇ ਹਮੇਸ਼ਾ ਦੇ ਲਈ ਸ਼ਹਿਰ ਆ ਗਿਆ ਤੇ ਆਪਣੀ ਹੀ ਦੁਨੀਆ ਵਿੱਚ ਮਗਨ ਹੋ ਗਿਆ। ਮੁੰਡੇ ਦੇ ਵਿਆਹ ਦੇ ਕੁਝ ਸਾਲ ਬਾਅਦ ਦਰਸ਼ਨ ਸਿੰਘ ਜੀ ਦੀ ਤਬੀਅਤ ਅਚਾਨਕ ਖਰਾਬ ਰਹਿਣ ਲੱਗੀ। ਬਿਮਾਰੀਆਂ ਨੇ ਉਹਨਾਂ ਦੇ ਸਰੀਰ 'ਤੇ ਕਬਜ਼ਾ ਕਰ ਲਿਆ ਤੇ ਹੁਣ ਉਹ ਬਿਲਕੁਲ ਵੀ ਤੰਦਰੁਸਤ ਨਹੀਂ ਰਹਿੰਦੇ ਸੀ। ਉਹਨਾਂ ਦੇ ਹਾਰਟ 'ਚ ਬਲੌਕੇਜ ਹੋ ਗਿਆ। ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ 3 ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ। ਤਾਂ ਉਹਨਾਂ ਨੂੰ ਆਪਣੀ ਛੋਟੀ ਕੁੜੀ ਦੇ ਵਿਆਹ ਦੀ ਬਹੁਤ ਚਿੰਤਾ ਹੋਣ ਲੱਗੀ। ਪ੍ਰਿਯੰਕਾ ਵਿਆਹ ਦੇ ਲਈ ਇੱਕਦਮ ਤਿਆਰ ਨਹੀਂ ਸੀ, ਕਿਉਂਕਿ ਉਹ ਸ਼ਹਿਰ ਜਾ ਕੇ ਹਾਇਰ ਸਟੱਡੀ ਕਰਕੇ ਆਪਣੇ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਸੀ। ਦਰਸ਼ਨ ਸਿੰਘ ਜੀ ਨੇ ਆਪਣੀ ਧੀ ਨੂੰ ਆਪਣੀ ਸਹੁੰ ਦੇ ਦਿੱਤੀ ਕਿ ਤੂੰ ਮੇਰੀ ਗੱਲ ਮੰਨ ਤੇ ਵਿਆਹ ਕਰ ਲਾ। ਫਿਰ ਜਾ ਕੇ ਪ੍ਰਿਯੰਕਾ ਕਿਸੇ ਤਰ੍ਹਾਂ ਵਿਆਹ ਦੇ ਲਈ ਤਿਆਰ ਹੋਈ। ਦਰਸ਼ਨ ਜੀ ਨੇ ਸ਼ਹਿਰ ਦੇ ਕਿਸੇ ਬਿਜ਼ਨਸਮੈਨ ਨਾਲ ਉਸ ਦਾ ਵਿਆਹ ਕਰ ਦਿੱਤਾ। ਹੁਣ ਘਰ 'ਚ ਦੋਵੇਂ ਪਤੀ ਪਤਨੀ ਰਹਿ ਗਏ। ਮਨਜੀਤ ਜੀ ਦਾ ਜ਼ਿਆਦਾਤਰ ਸਮਾਂ ਦਰਸ਼ਨ ਜੀ ਦੀ ਸੇਵਾ 'ਚ ਹੀ ਲੰਘ ਜਾਂਦਾ। ਸਮਾਂ ਲੰਘਦਾ ਗਿਆ, ਦਰਸ਼ਨ ਜੀ ਦੀ ਤਬੀਅਤ ਹੋਰ ਜ਼ਿਆਦਾ ਵਿਗੜ ਗਈ। ਬਿਮਾਰੀ ਤਾਂ ਇੱਕ ਸਿਉਂਕ ਦੀ ਤਰ੍ਹਾਂ ਉਹਨਾਂ ਦੇ ਸਰੀਰ ਨੂੰ ਖੋਖਲਾ ਬਣਾ ਰਹੀ ਸੀ। ਬਹੁਤ ਦਿਨਾਂ ਤੱਕ ਦਰਸ਼ਨ ਜੀ ਇੱਦਾਂ ਹੀ ਬਿਮਾਰ ਰਹੇ। ਉਹਨਾਂ ਦਾ ਇੱਕ ਵਧੀਆ ਹਸਪਤਾਲ 'ਚ ਬਹੁਤ ਇਲਾਜ ਵੀ ਕਰਵਾਇਆ ਗਿਆ, ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਉਹਨਾਂ ਦਾ ਸਰੀਰ ਬਿਲਕੁਲ ਮਿੱਟੀ ਹੋ ਗਿਆ। ਅੰਤ 'ਚ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਪਤੀ ਦੀ ਮੌਤ ਤੋਂ ਬਾਅਦ ਮਨਜੀਤ ਜੀ ਦੇ ਜੀਵਨ 'ਚ ਜਿੱਦਾਂ ਤੂਫਾਨ ਹੀ ਆ ਗਿਆ। ਪਿੰਡ 'ਚ ਇਕੱਲੀ ਰਹਿ ਗਈ। ਉਹਨਾਂ ਨੂੰ ਖਾਲੀ ਘਰ ਖਾਣ ਨੂੰ ਆਉਂਦਾ ਸੀ। ਨਾ ਤਾਂ ਉਹ ਕੁਝ ਖਾਂਦੀ ਸੀ ਤੇ ਨਾ ਹੀ ਪੀਂਦੀ ਸੀ। ਇੱਦਾਂ ਹੀ ਬਸ ਚੁੱਪ ਕਰਕੇ ਪਈ ਰਹਿੰਦੀ ਤੇ ਹੌਲੀ-ਹੌਲੀ ਉਹਨਾਂ ਦੀ ਤਬੀਅਤ ਬਹੁਤ ਖਰਾਬ ਰਹਿਣ ਲੱਗੀ। ਉਹਨਾਂ ਦੀ ਜਾਤ ਬਰਾਦਰੀ ਦੇ ਸਮਾਜ ਦੇ ਡਰ ਤੋਂ ਉਹਨਾਂ ਦਾ ਮੁੰਡਾ ਉਹਨਾਂ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ, ਕਿਉਂਕਿ ਉਹਨਾਂ ਦੀ ਧੀ ਦਾ ਵੀ ਵਿਆਹ ਹੋ ਚੁੱਕਿਆ ਸੀ। ਇਸ ਲਈ ਸ਼ਹਿਰ 'ਚ ਮੁੰਡੇ ਦੇ ਕੋਲ ਰਹਿਣ ਦੇ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹ ਆਪਣੇ ਪੁੱਤ ਦੇ ਕੋਲ ਸ਼ਹਿਰ ਵਿੱਚ ਹੀ ਆ ਗਈ ਤੇ ਉੱਥੇ ਹੀ ਰਹਿਣ ਲੱਗੇ। ਉਂਝ ਤਾਂ ਮਨਜੀਤ ਜੀ ਦੇ ਦੋਵੇਂ ਪੋਤੇ ਵੱਡੇ ਹੋ ਗਏ ਸੀ ਤੇ ਦੋਵੇਂ ਹੀ ਬਹੁਤ ਸਮਝਦਾਰ ਵੀ ਸੀ, ਪਰ ਉਹਨਾਂ ਵਿੱਚ ਸੰਸਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਸੰਸਕਾਰ ਹੁੰਦੇ ਵੀ ਕਿੱਦਾਂ? ਜਿੱਦਾਂ ਦੀ ਮਾਂ ਉੱਦਾਂ ਦੇ ਬੱਚੇ ਸੀ। ਬਸ ਆਪਣੀ ਦੁਨੀਆ 'ਚ ਮਸਤ ਮੌਲਾ ਜ਼ਿੰਦਗੀ ਜਿਉਂਦੇ ਸੀ। ਕਦੇ ਆਪਣੀ ਦਾਦੀ ਨਾਲ ਪਿਆਰ ਨਾਲ ਗੱਲ ਵੀ ਨਹੀਂ ਕੀਤੀ। ਦਾਦੀ ਨੂੰ ਠੀਕ ਆ, ਕੀ ਕਰ ਰਹੀ ਆ, ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਸੀ।
ਜਦੋਂ ਬੱਚੇ ਛੋਟੇ ਸੀ ਪਿੰਡ ਆਉਂਦੇ ਸੀ ਤਾਂ ਦਾਦਾ ਦਾਦੀ ਕਹਿ ਕੇ ਘੁੱਟ ਕੇ ਜੱਫੀ ਪਾਉਂਦੇ, ਪਰ ਉਹੀ ਬੱਚੇ ਵੱਡੇ ਹੋ ਕੇ ਤਾਂ ਜਿੱਦਾਂ ਦਾਦੀ ਨੂੰ ਦੇਖ ਕੇ ਵੀ ਅਣਦੇਖਾ ਕਰ ਦਿੰਦੇ ਸੀ। ਛੋਟਾ ਪੋਤਾ ਤਾਂ ਕਦੇ-ਕਦੇ ਦਾਦੀ ਨੂੰ ਦੇਖ ਕੇ ਮੁਸਕਰਾ ਦਿੰਦਾ ਤੇ ਗੱਲ ਕਰ ਲੈਂਦਾ, ਪਰ ਉਹਨਾਂ ਦੇ ਪੁੱਤ ਤੇ ਨੂੰਹ ਨੂੰ ਤਾਂ ਬਿਲਕੁਲ ਵੀ ਫੁਰਸਤ ਨਹੀਂ ਸੀ। ਉਂਝ ਕਹਿਣ ਨੂੰ ਤਾਂ ਉਹਨਾਂ ਦੀ ਨੂੰਹ ਹਾਊਸ ਵਾਈਫ ਸੀ, ਪਰ ਫਿਰ ਵੀ ਹਰ ਸਮੇਂ ਕਦੇ ਕਿਟੀ ਪਾਰਟੀ ਤੇ ਕਦੇ ਸਹੇਲੀਆਂ ਨਾਲ ਗੱਲਾਂ ਕਰਨ 'ਚ ਲੱਗੀ ਰਹਿੰਦੀ। ਜੇਕਰ ਸਮਾਂ ਮਿਲਦਾ ਤਾਂ ਘਰ ਦਾ ਕੰਮ ਕਰ ਦਿੰਦੀ, ਤੇ ਜਦੋਂ ਵੀ ਉਸਦਾ ਪਤੀ ਰਮੇਸ਼ ਆਫਿਸ ਦੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਂਦਾ ਤਾਂ ਆਪਣੀ ਮੰਮੀ ਨੂੰ ਹਰ ਹਫ਼ਤੇ ਆਪਣੇ ਘਰ ਬੁਲਾ ਲਿਆ ਕਰਦੀ, ਕਿਉਂਕਿ ਉਸਦਾ ਪੇਕਾ ਘਰ ਉਸੇ ਸ਼ਹਿਰ ਵਿੱਚ ਹੀ ਸੀ। ਦੋਵੇਂ ਮਾਵਾਂ ਧੀਆਂ ਸਾਰਾ ਦਿਨ ਮਜ਼ਾਕ ਕਰਦੀਆਂ। ਮਨਜੀਤ ਜਿੱਦਾਂ ਪਿੰਡ 'ਚ ਇਕੱਲੀ ਸੀ, ਪਰ ਸ਼ਹਿਰ ਵਿੱਚ ਆਪਣੇ ਨੂੰਹ ਪੁੱਤ ਦੇ ਰਹਿਣ ਦੇ ਬਾਵਜੂਦ ਵੀ ਇੱਥੇ ਇਕੱਲੀ ਰਹਿ ਗਈ। ਮਨਜੀਤ ਜੀ ਦੇ ਆਉਣ 'ਤੇ ਉਹਨਾਂ ਦੀ ਨੂੰਹ ਦੀ ਤਾਂ ਜਿੱਦਾਂ ਖੁਸ਼ੀ ਖੋਹ ਲਈ ਗਈ ਹੋਵੇ। ਉਹ ਉਹਨਾਂ ਨੂੰ ਹਰ ਪਲ ਤਾਨੇ ਮਾਰਦੀ, ਸਾਰਿਆਂ ਦੇ ਸਾਹਮਣੇ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ, ਪਰ ਜਦੋਂ ਕੋਈ ਨਾ ਹੁੰਦਾ ਤਾਂ ਉਹ ਉਹਨਾਂ ਨੂੰ ਬਹੁਤ ਹੀ ਗੱਲਾਂ ਸੁਣਾਉਂਦੀ। ਇੱਕ ਦਿਨ ਮਨਜੀਤ ਜੀ ਦੀ ਧੀ ਪ੍ਰਿਯੰਕਾ ਦਾ ਫੋਨ ਆਇਆ। ਉਸ ਨਾਲ ਗੱਲ ਕਰਨ ਤੋਂ ਬਾਅਦ ਮਨਜੀਤ ਆਪਣੀ ਨੂੰਹ ਦੇ ਕਿਚਨ 'ਚ ਗਈ ਤੇ ਆਪਣੇ ਲਈ ਲੱਡੂ ਬਣਾਉਣ ਲੱਗੀ ਕਿ ਉਹਨਾਂ ਦੀ ਨੂੰਹ ਨੈਣਾ ਉਹਨਾਂ ਦੇ ਮੂੰਹ 'ਤੇ ਹੀ ਆਪਣੇ ਪੁੱਤ ਨੂੰ ਦੇਖ ਕੇ ਤਾਨੇ ਮਾਰਨ ਲੱਗੀ ਕਿ ਪੁੱਤ, ਹਰ ਸਮੇਂ ਮਿੱਠਾ ਨਹੀਂ ਖਾਇਆ ਜਾਂਦਾ, ਹੈਲਦੀ ਖਾਣਾ ਖਾਇਆ ਜਾਂਦਾ। ਆਮਦਨੀ 98, ਖਰਚਾ ਰੁਪਈਆ, ਇਹ ਕਿੱਥੋਂ ਸਿੱਖਿਆ ਤੂੰ? ਮਨਜੀਤ ਜੀ ਸਭ ਕੁਝ ਸਮਝ ਰਹੀ ਸੀ ਕਿ ਉਹਨਾਂ ਦੀ ਨੂੰਹ ਆਪਣੇ ਪੁੱਤ ਨੂੰ ਨਹੀਂ, ਮੈਨੂੰ ਤਾਨੇ ਮਾਰ ਰਹੀ ਆ। ਤਾਂ ਉਹਨਾਂ ਨੇ ਆਪਣੇ ਪੁੱਤ ਨਾਲ ਗੱਲ ਕਰਨ ਬਾਰੇ ਸੋਚਿਆ, ਪਰ ਉਹ ਆਪਣੇ ਘਰ 'ਚ ਕੋਈ ਲੜਾਈ ਝਗੜਾ ਨਹੀਂ ਚਾਹੁੰਦੀ ਸੀ। ਉਹਨਾਂ ਦੇ ਨੂੰਹ ਪੁੱਤ ਦੀ ਲੜਾਈ ਦਾ ਕਾਰਨ ਉਹ ਨਹੀਂ ਬਣਨਾ ਚਾਹੁੰਦੀ ਸੀ। ਹਰ ਰੋਜ਼ ਤਾਨੇ ਮਿਹਣੇ ਸੁਣਦੇ ਉਹ ਤੰਗ ਆ ਚੁੱਕੀ, ਤੇ ਇੱਕ ਦਿਨ ਜਦੋਂ ਉਹਨਾਂ ਦਾ ਬੇਟਾ ਘਰ ਆਇਆ ਤਾਂ ਉਹਨਾਂ ਨੇ ਬੋਲ ਦਿੱਤਾ ਕਿ ਪੁੱਤ, ਨੈਣਾ ਮੈਨੂੰ ਹਰ ਸਮੇਂ ਪਤਾ ਨਹੀਂ ਕੀ ਪੁੱਠਾ ਸਿੱਧਾ ਬੋਲਦੀ ਆ। ਤੇ ਉਹਨਾਂ ਦੇ ਪੁੱਤ ਨੇ ਕਿਹਾ, ਠੀਕ ਆ ਮਾਂ, ਮੈਂ ਹੁਣੇ ਹੀ ਪੁੱਛਦਾ। ਤੇ ਉਸੇ ਸਮੇਂ ਉਹ ਨੈਣਾ ਦੇ ਕਮਰੇ 'ਚ ਗਿਆ। ਨੈਣਾ, ਮਾਂ ਇਹ ਕੀ ਸ਼ਿਕਾਇਤ ਕਰ ਰਹੀ ਆ? ਤੂੰ ਉਹਨਾਂ ਨਾਲ ਬਹਿਸ ਕਰਦੀ ਆ, ਉਹਨਾਂ ਨੂੰ ਤਾਨੇ ਮਿਹਣੇ ਦਿੰਦੀ ਆ? ਤਾਂ ਨੈਣਾ ਨੇ ਕਿਹਾ, ਮੈਂ ਤਾਂ ਉਹਨਾਂ ਨੂੰ ਕੁਝ ਨਹੀਂ ਕਹਿੰਦੀ, ਮੈਂ ਤਾਂ ਬੱਚੇ ਨੂੰ ਬੋਲਦੀ ਆ। ਹੁਣ ਕੀ ਮੈਂ ਆਪਣੇ ਪੁੱਤ ਨੂੰ ਕੁਝ ਕਹਿ ਵੀ ਨਹੀਂ ਸਕਦੀ? ਲੱਡੂ ਹਰ ਸਮੇਂ ਨਹੀਂ ਖਾਧੇ, ਉਹਨਾਂ ਨੂੰ ਇਹ ਨਾ ਸਮਝਾਵਾਂ ਤਾਂ ਕਿਸ ਨੂੰ ਸਮਝਾਵਾਂ? ਮਾਂ ਤਾਂ ਹਮੇਸ਼ਾ ਗਲਤ ਮਤਲਬ ਕੱਢਦੀ ਆ, ਕਿਉਂਕਿ ਮੈਂ ਉਹਨਾਂ ਦੀ ਪਸੰਦ ਦੀ ਕੁੜੀ ਨਹੀਂ ਆ। ਉਹ ਤਾਂ ਪਿੰਡ ਦੀ ਕਮਲੀ ਨਾਲ ਤੁਹਾਡਾ ਵਿਆਹ ਕਰਵਾਉਣਾ ਚਾਹੁੰਦੇ ਸੀ, ਇਸ ਲਈ ਉਹ ਮੇਰੇ ਤੋਂ ਚਿੜਦੀ ਰਹਿੰਦੀ ਆ। ਜਾ ਕੇ ਦੇਖੋ ਤਾਂ ਸਹੀ ਕਿਚਨ ਵਿੱਚ ਮੈਂ ਮਾਂ ਦੇ ਲਈ ਕੀ ਬਣਾਇਆ। ਉਹਨਾਂ ਦੇ ਪਸੰਦ ਦੀ ਪੂੜੀ, ਮਾਲ ਪੂੜੇ ਤੇ ਨਾ ਜਾਣੇ ਹੋਰ ਕੀ। ਮਾਂ ਹਮੇਸ਼ਾ ਮੈਨੂੰ ਹੀ ਗਲਤ ਠਹਿਰਾਉਂਦੀ ਆ, ਤੁਹਾਨੂੰ ਮੇਰੇ ਖਿਲਾਫ ਭੜਕਾਉਂਦੀ ਆ। ਇੰਨਾ ਸਭ ਕੁਝ ਕਹਿ ਕੇ ਨੈਣਾ ਮਗਰਮੱਛ ਦੇ ਹੰਝੂ ਬਹਾਉਣ ਲੱਗੀ। ਉਹਨਾਂ ਦੇ ਨੂੰਹ ਪੁੱਤ ਉੱਚੀ ਕਮਰੇ 'ਚ ਚਿਲਾ ਰਹੇ ਸੀ ਕਿ ਬਾਹਰ ਬੈਠੀ ਮਾਂ ਸਭ ਕੁਝ ਸੁਣ ਰਹੀ ਸੀ, ਤੇ ਉਹ ਸਮਝ ਗਈ ਕਿ ਹੁਣ ਰਮੇਸ਼ ਕਮਰੇ ਵਿੱਚੋਂ ਆ ਕੇ ਮੇਰੇ 'ਤੇ ਹੀ ਗੁੱਸਾ ਕੱਢੇਗਾ। ਤੇ ਠੀਕ ਉੱਦਾਂ ਹੀ ਹੋਇਆ। ਰਮੇਸ਼ ਆਇਆ ਤੇ ਮਾਂ 'ਤੇ ਚੀਕਦਾ ਹੋਇਆ ਬੋਲਿਆ, ਮਾਂ, ਇੱਕ ਤਾਂ ਵਿਚਾਰੀ ਦਿਨ ਰਾਤ ਤੇਰੀ ਸੇਵਾ ਕਰਦੀ ਆ, ਹੋਰ ਘਰਾਂ 'ਚ ਜਾ ਕੇ ਦੇਖ ਕਿੰਨੀਆਂ ਨੂੰਹਾਂ ਆਪਣੀਆਂ ਸੱਸ ਤੋਂ ਕੰਮ ਕਰਵਾਉਂਦੀਆਂ। ਉਹ ਤੇਰੇ ਪੈਰ ਘੁੱਟਦੀ ਆ, ਫਿਰ ਵੀ ਤੁਸੀਂ ਕੁਝ ਨਾ ਕੁਝ ਬੋਲਦੇ ਹੋ। ਮਾਂ ਸ਼ਹਿਰ ਦੀ ਪੜ੍ਹੀ ਲਿਖੀ ਹੋ ਕੇ ਵੀ ਉਹ ਤੇਰਾ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੀ। ਤੈਨੂੰ ਗਰਮ ਰੋਟੀਆਂ ਦਿੰਦੀ ਆ, ਸਮੇਂ 'ਤੇ ਦਵਾਈ ਦਿੰਦੀ ਆ, ਤੇ ਤੇਰੀ ਵੀ ਤਾਂ ਕੁੜੀ ਕਿਸੇ ਘਰ ਵਿੱਚ ਵਿਆਹ ਕੇ ਗਈ ਆ। ਜੇਕਰ ਉਸ ਦੇ ਨਾਲ ਕੋਈ ਅਜਿਹੀ ਹਰਕਤ ਕਰੇਗਾ ਤਾਂ ਤੈਨੂੰ ਕਿੱਦਾਂ ਲੱਗੇਗਾ? ਹੁਣ ਜਾ ਕੇ ਨੈਣਾ ਤੋਂ ਮਾफ़ੀ ਮੰਗੋ, ਤੇ ਅੱਗੇ ਤੋਂ ਮੈਂ ਅਜਿਹਾ ਕੁਝ ਨਹੀਂ ਸੁਣਨਾ ਚਾਹੁੰਦਾ। ਜੇਕਰ ਉਸਨੇ ਪੁੱਠਾ ਸਿੱਧਾ ਕੀਤਾ ਤਾਂ ਇਸ ਦੀ ਜ਼ਿੰਮੇਵਾਰ ਵੀ ਤੁਸੀਂ ਹੋਵੋਗੇ। ਸ਼ਰਮ ਆਉਂਦੀ ਆ ਮੈਨੂੰ ਤੁਹਾਨੂੰ ਆਪਣੀ ਮਾਂ ਕਹਿਣ ਵਿੱਚ, ਤੇ ਤੁਹਾਡੀ ਉਮਰ ਆ ਕੋਈ ਲੱਡੂ ਖਾਣ ਦੀ? ਮਾਂ, ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਆ, ਛੋਟੀਆਂ ਗੱਲਾਂ ਨੂੰ ਇੰਨਾ ਵੱਡਾ ਨਾ ਬਣਾਇਆ ਕਰ। ਇੰਨਾ ਕਹਿ ਕੇ ਰਮੇਸ਼ ਉੱਥੋਂ ਚਲਾ ਗਿਆ। ਹੁਣ ਨੈਣਾ ਆਪਣੀ ਉਂਗਲ 'ਤੇ ਆਪਣੇ ਵਾਲਾਂ ਨੂੰ ਘੁਮਾਉਂਦੀ ਹੋਈ ਸੱਸ ਵੱਲ ਦੇਖ ਕੇ ਹੱਸਣ ਲੱਗੀ। ਮਾਂ ਕਿੰਨੀ ਭੋਲੀ ਆ, ਤੁਸੀਂ ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ। ਮਾਂ ਜੀ, ਮੈਂ ਇੰਨਾ ਕੁਝ ਤੁਹਾਡੇ ਲਈ ਤਾਂ ਨਹੀਂ, ਪਰ ਆਪਣੀ ਮੰਮੀ ਦੇ ਲਈ ਬਣਾਇਆ ਸੀ। ਬਸ ਇਹ ਖਾਣਾ ਆਪਣੇ ਪੇਕੇ ਲੈ ਕੇ ਜਾਣ ਵਾਲੀਆਂ, ਸਮਝੀ ਤੁਸੀਂ? ਤੇ ਅੱਜ ਤੋਂ ਤੁਹਾਨੂੰ ਆਪਣਾ ਕੰਮ ਖੁਦ ਹੀ ਕਰਨਾ ਪਵੇਗਾ। ਕੀ ਲੋੜ ਆ ਇੱਥੇ ਆਉਣ ਦੀ? ਹੁਣ ਤਾਂ ਭੁਗਤਣਾ ਹੀ ਪਵੇਗਾ। ਮੈਂ ਤੁਹਾਨੂੰ ਇੰਨਾ ਸੁਣਾਵਾਂਗੀ ਕਿ ਤੁਸੀਂ ਇੱਥੇ ਘੁੱਟ ਕੇ ਜੀਵੋਗੇ।
ਹੌਲੀ ਹੌਲੀ ਨੈਣਾ ਨੂੰ ਆਪਣੀ ਸੱਸ ਨੂੰ ਪਰੇਸ਼ਾਨ ਕਰਕੇ ਬਹੁਤ ਹੀ ਮਜ਼ਾ ਆਉਣ ਲੱਗਿਆ ਤੇ ਇੱਕ ਦਿਨ ਰਮੇਸ਼ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਰਾਤ ਦੇ 12 ਵੱਜ ਰਹੇ ਸੀ ਤੇ ਮਨਜੀਤ ਜੀ ਇੱਕ ਪਤਲੀ ਜੀ ਚਾਦਰ ਜੋ ਕਿ ਕਈ ਥਾਵਾਂ ਤੋਂ ਫਟੀ ਹੋਈ ਸੀ ਉਸ ਵਿੱਚ ਹੀ ਲੁੱਕ ਕੇ ਸੌਂ ਰਹੀ ਸੀ। ਆਪਣੇ ਆਪ ਨੂੰ ਬਾਰ-ਬਾਰ ਢੱਕ ਰਹੀ ਸੀ। ਬਹੁਤ ਜ਼ਿਆਦਾ ਠੰਡ ਸੀ ਕਿ ਜਿਹੇ ਠੰਡ ਵਿੱਚ ਤਾਂ ਵਿਅਕਤੀ ਪਿਘਲ ਹੀ ਜਾਵੇ। ਉਸਨੇ ਬਹੁਤ ਵਾਰ ਆਪਣੀ ਨੂੰਹ ਨੂੰ ਕਿਹਾ ਕਿ ਮੈਨੂੰ ਇੱਕ ਗਰਮ ਕੰਬਲ ਲਿਆ ਦੇ, ਪਰ ਉਸ ਨੂੰ ਤਾਂ ਪੈਸਿਆਂ ਦੀ ਪਈ ਰਹਿੰਦੀ ਸੀ। ਵਿਚਾਰੀ ਦੁਖੀ ਮਾਂ ਦਾ ਦਰਦ ਵੀ ਦਿਖਾਈ ਨਹੀਂ ਦਿੰਦਾ ਸੀ। ਜਦੋਂ ਠੰਡ ਜ਼ਿਆਦਾ ਸਤਾਉਣ ਲੱਗੀ ਤਾਂ ਉਹ ਕੰਬਣ ਲੱਗੀ ਤੇ ਸੌਂ ਵੀ ਨਾ ਪਾ ਰਹੀ ਸੀ। ਕਦੇ ਆਪਣੇ ਹੱਥਾਂ ਨੂੰ ਰਗੜਦੀ ਤਾਂ ਕਦੇ ਆਪਣੇ ਪੈਰਾਂ ਨੂੰ, ਤਾਂ ਜੋ ਕੁਝ ਗਰਮੀ ਆ ਜਾਵੇ। ਉਦੋਂ ਹੀ ਉਹਨਾਂ ਨੇ ਦੇਖਿਆ ਕਿ ਬਾਹਰ ਗੈਸਟ ਰੂਮ ਖੁੱਲ੍ਹਾ। ਸ਼ਾਇਦ ਨੈਣਾ ਅੱਜ ਲੌਕ ਕਰਨਾ ਭੁੱਲ ਗਈ। ਅੰਦਰ ਗਈ ਤਾਂ ਉਹਨਾਂ ਨੂੰ ਬੈੱਡ 'ਤੇ ਇੱਕ ਮੋਟਾ ਜਿਹਾ ਨਵਾਂ ਕੰਬਲ ਦਿਖਾਈ ਦਿੱਤਾ। ਉਸ ਕੰਬਲ 'ਚ ਲੁੱਕ ਕੇ ਉਹ ਸੌਂ ਗਈ। ਮਨਜੀਤ ਜੀ ਜਾ ਕੇ ਉਸ ਕਮਰੇ 'ਚ ਆਰਾਮ ਨਾਲ ਸੌਂ ਗਈ। ਉਹਨਾਂ ਨੇ ਸੋਚਿਆ ਕਿ ਨੈਣਾ ਤਾਂ ਬਹੁਤ ਲੇਟ ਉੱਠਦੀ ਆ, ਉਸ ਤੋਂ ਪਹਿਲਾਂ ਮੈਂ ਉੱਠ ਜਾਵਾਂਗੀ ਤੇ ਆਪਣੇ ਕਮਰੇ ਵਿੱਚ ਚਲੀ ਜਾਵਾਂਗੀ। ਪਰ ਰਾਤ ਨੂੰ ਲੇਟ ਸੌਣ ਦੇ ਕਾਰਨ ਸਵੇਰੇ ਉਹਨਾਂ ਦੀ ਅੱਖ ਬਹੁਤ ਦੇਰ ਨਾਲ ਖੁੱਲ੍ਹੀ। ਸਵੇਰ ਦੇ 10 ਵੱਜ ਗਏ ਕਿ ਉਦੋਂ ਹੀ ਅਚਾਨਕ ਇੱਕ ਜ਼ੋਰ ਦੀ ਸੋਟੀ ਉਹਨਾਂ ਦੀ ਕਮਰ 'ਤੇ ਪਈ ਤਾਂ ਉਹ ਜ਼ੋਰ ਦੀ ਚਲਾਈ, "ਬੁੜੀਏ, ਤੇਰੀ ਹਿੰਮਤ ਕਿੱਦਾਂ ਹੋਈ ਇਸ ਕਮਰੇ 'ਚ ਆ ਕੇ ਸੌਣ ਦੀ? ਤੇ ਮੇਰੀ ਮਾਂ ਦਾ ਕੰਬਲ ਲੈ ਰੱਖਿਆ ਤੂੰ। ਇਹ ਗਰਮ ਕੰਬਲ ਖਰਾਬ ਕਰ ਦਿੱਤਾ। ਮੈਂ ਆਪਣੀ ਮਾਂ ਦੇ ਲਈ ਇਹ ਨਵਾਂ ਕੰਬਲ ਲਿਆ ਕੇ ਰੱਖਿਆ ਸੀ।" ਇੰਨਾ ਕਹਿ ਕੇ ਉਹ ਮਨਜੀਤ ਜੀ ਨੂੰ ਥੱਪੜ 'ਤੇ ਥੱਪੜ ਮਾਰਦੀ ਜਾ ਰਹੀ ਸੀ ਤਾਂ ਉਹ ਆਪਣੀ ਨੂੰਹ ਦੇ ਪੈਰਾਂ 'ਚ ਡਿੱਗ ਕੇ ਗਿੜਗਿੜਾਉਣ ਲੱਗੀ ਕਿ ਨੈਣਾ, ਮੈਨੂੰ ਨਾ ਮਾਰ, ਮੈਂ ਦੁਬਾਰਾ ਅਜਿਹੀ ਗਲਤੀ ਨਹੀਂ ਕਰਾਂਗੀ। ਕੁਝ ਤਾਂ ਤਰਸ ਖਾ ਇਹਨਾਂ ਬੁੱਢੀਆਂ ਹੱਡੀਆਂ 'ਤੇ। ਮਨਜੀਤ ਜੀ ਬਹੁਤ ਦੇਰ ਤੱਕ ਰੋਂਦੀ ਰਹੀ, ਪਰ ਨੈਣਾ ਦੇ ਜਿੱਦਾਂ ਕੋਈ ਭੂਤ ਸਵਾਰ ਸੀ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਛੋਟੇ ਪੋਤੇ ਨੇ ਆਪਣੀ ਮਾਂ ਨੂੰ ਦਾਦੀ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦੇ ਦੇਖ ਲਿਆ। ਵੈਸੇ ਤਾਂ ਉਹ ਇੰਨੇ ਤਮੀਜ਼ ਵਾਲੇ ਨਹੀਂ ਸੀ, ਪਰ ਫਿਰ ਵੀ ਅੱਜ ਉਸ ਦੇ ਦਿਲ ਵਿੱਚ ਦਾਦੀ ਦੇ ਲਈ ਦਇਆ ਦੀ ਭਾਵਨਾ ਆ ਗਈ ਤੇ ਉਸਨੇ ਆਪਣੀ ਮਾਂ ਦੇ ਹੱਥ ਨੂੰ ਫੜ ਲਿਆ। "ਮਾਂ, ਖਬਰਦਾਰ, ਜੇ ਮੇਰੀ ਬੁੱਢੀ ਦਾਦੀ ਨੂੰ ਮਾਰਿਆ। ਉਹਨਾਂ ਨੂੰ ਤੂੰ ਬਹੁਤ ਤਾਨੇ ਮਿਹਣੇ ਦਿੰਦੀ ਸੀ, ਉਹ ਤਾਂ ਸਮਝ ਆਉਂਦਾ, ਪਰ ਅੱਜ ਤਾਂ ਤੁਸੀਂ ਦਾਦੀ 'ਤੇ ਹੱਥ ਚੁੱਕ ਰਹੇ ਹੋ। ਛੀ, ਤੁਹਾਨੂੰ ਸ਼ਰਮ ਨਹੀਂ ਆਉਂਦੀ?" ਨੈਣਾ ਨੇ ਕਿਹਾ, "ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਦਾਦੀ ਦਾ ਜ਼ਿਆਦਾ ਪਿਆਰ ਨਾ ਕਰ, ਨਹੀਂ ਤਾਂ ਤੈਨੂੰ ਵੀ ਖਾਣ ਦੇ ਲਈ ਤਰਸਾ ਦੇਵਾਂਗੀ। ਤੇ ਖਬਰਦਾਰ, ਜੇਕਰ ਇਹ ਗੱਲ ਕਿਸੇ ਨੂੰ ਦੱਸੀ।" ਰਾਹੁਲ ਚੁੱਪ ਕਰਕੇ ਉੱਥੋਂ ਚਲਾ ਗਿਆ। ਇੱਕ ਵਾਰ ਜਦੋਂ ਨੈਣਾ ਨੇ ਆਪਣੀ ਸੱਸ 'ਤੇ ਹੱਥ ਚੁੱਕ ਦਿੱਤਾ ਤਾਂ ਫਿਰ ਤਾਂ ਆਏ ਦਿਨ ਗੱਲ 'ਤੇ ਗੱਲ ਉਹ ਆਪਣੀ ਸੱਸ ਨੂੰ ਕੁੱਟਦੀ ਰਹਿੰਦੀ। ਦੂਜੇ ਦਿਨ ਜਦੋਂ ਉਸ ਦਾ ਮੁੰਡਾ ਰਮੇਸ਼ ਘਰ ਵਾਪਸ ਆਇਆ ਤਾਂ ਮਨਜੀਤ ਜੀ ਨੇ ਆਪਣੇ ਪੁੱਤ ਨਾਲ ਗੱਲ ਕਰਨ ਬਾਰੇ ਸੋਚਿਆ, ਪਰ ਜਦੋਂ ਉਹਨਾਂ ਨੇ ਰਮੇਸ਼ ਨਾਲ ਗੱਲ ਕਰਨੀ ਚਾਹੀ, ਉਸ ਤੋਂ ਪਹਿਲਾਂ ਹੀ ਉਸ ਦੀ ਪਤਨੀ ਨੇ ਆਪਣੇ ਸਰੀਰ 'ਤੇ ਕਈ ਤਰ੍ਹਾਂ ਦੇ ਨਿਸ਼ਾਨ ਲਗਾ ਲਏ। ਆਪਣੇ ਆਪ ਨੂੰ ਹੀ ਕੁੱਟਮਾਰ ਕਰਕੇ ਆਪਣੇ ਸਰੀਰ 'ਤੇ ਖੂਨ ਹੀ ਖੂਨ ਕਰ ਲਿਆ। ਤੇ ਜਦੋਂ ਰਮੇਸ਼ ਕਮਰੇ 'ਚ ਆਇਆ ਤਾਂ ਨੈਣਾ ਚੁੱਪ ਕਰਕੇ ਬੁੱਤ ਬਣ ਕੇ ਖੜੀ ਸੀ। ਰਮੇਸ਼ ਬੋਲਿਆ, "ਕੀ ਹੋਇਆ ਡਾਰਲਿੰਗ, ਇੰਨੀ ਚੁੱਪ ਕਿਉਂ ਆ?" ਪਰ ਉਹ ਕੁਝ ਨਹੀਂ ਬੋਲੀ। ਰਮੇਸ਼ ਉਸ ਨੂੰ ਹਿਲਾਉਂਦਾ ਹੋਇਆ ਬੋਲਿਆ, "ਕੀ ਹੋਇਆ, ਦੱਸ ਤਾਂ ਸਹੀ।" ਨੈਣਾ ਨੇ ਕਿਹਾ, "ਜੇ ਮੈਂ ਦੱਸਾਂਗੀ ਤਾਂ ਤੁਹਾਨੂੰ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਹੋਵੇਗਾ। ਤੁਹਾਨੂੰ ਇੱਦਾਂ ਹੀ ਲੱਗੇਗਾ ਕਿ ਮੈਂ ਝੂਠ ਬੋਲ ਰਹੀ ਹਾਂ। ਪਰ ਇਹ ਦੇਖੋ, ਤੁਹਾਡੀ ਭੋਲੀ ਭਾਲੀ ਮਾਂ ਨੇ ਮੇਰਾ ਕੀ ਹਾਲ ਕਰ ਦਿੱਤਾ।" ਇੰਨਾ ਕਹਿਣ ਦੇ ਬਾਅਦ ਉਹ ਰੋਣ ਲੱਗੀ, "ਤੇ ਹੁਣ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੁੰਦਾ। ਰਮੇਸ਼, ਕੁਝ ਤਾਂ ਕਰੋ। ਪੂਰੇ ਸਰੀਰ ਵਿੱਚ ਜ਼ਖਮਾਂ ਦੇ ਨਿਸ਼ਾਨ ਬਣੇ ਹਨ। ਬਹੁਤ ਦਰਦ ਹੋ ਰਿਹਾ।" ਆਪਣੀ ਸੱਸ ਤੋਂ ਪਹਿਲਾਂ ਹੀ ਉਹ ਆਪਣੇ ਪਤੀ ਨੂੰ ਦਿਖਾਉਣ ਲੱਗੀ। ਹੁਣ ਇਸ ਤੋਂ ਪਹਿਲਾਂ ਕਿ ਮਨਜੀਤ ਜੀ ਆਪਣੇ ਪੁੱਤ ਨੂੰ ਕੁਝ ਕਹਿੰਦੀ, ਉਹ ਖੁਦ ਹੀ ਆਪਣੀ ਮਾਂ ਦੇ ਕਮਰੇ 'ਚ ਗੁੱਸੇ 'ਚ ਉਬਲਦਾ ਹੋਇਆ ਆਇਆ ਤੇ ਬੋਲਿਆ, ਮਾਂ ਤਾਂ ਮਮਤਾ ਨਾਲ ਭਰੀ ਹੁੰਦੀ ਆ ਤੇ ਤੁਸੀਂ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ। ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਤੁਹਾਡੀ ਧੀਆਂ ਵਰਗੀ ਆ। ਤੁਸੀਂ ਤਾਂ ਬਦਤਮੀਜ਼ੀਆਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹ ਤੁਹਾਡੀ ਇੰਨੀ ਸੇਵਾ ਕਰਦੀ ਆ ਤੇ ਤੁਸੀਂ ਅੱਜ ਉਸ ਨੂੰ ਇੰਨੀ ਬੁਰੀ ਤਰ੍ਹਾਂ। ਇਹ ਸਭ ਕੁਝ ਸੁਣ ਕੇ ਮਨਜੀਤ ਜੀ ਹੈਰਾਨ ਹੋ ਗਈ ਤੇ ਬੋਲੀ, "ਇਹ ਕਿਹੜਾ ਝੂਠਾ ਇਲਜ਼ਾਮ ਲਾ ਰਿਹਾ ਮੇਰੇ 'ਤੇ? ਮੈਂ ਇਹ ਸਭ ਕੁਝ ਨਹੀਂ ਕੀਤਾ। ਮੈਂ ਕੰਬਲ ਆਪਣੇ ਉੱਤੇ ਲਿਆ ਸੀ ਤਾਂ ਤੇਰੀ ਪਤਨੀ ਨੇ ਮੈਨੂੰ ਕੁੱਟਿਆ। ਦਰਦ ਦੇ ਕਾਰਨ ਮੈਨੂੰ ਬਹੁਤ ਤਕਲੀਫ ਹੋ ਰਹੀ ਆ। ਦੇਖ, ਮੇਰੀ ਕਮਰ ਕਿੰਨੀ ਸੁੱਜ ਕੇ ਲਾਲ ਹੋ ਗਈ।"
ਰਸੋਈ ਵਿੱਚੋਂ ਹਲਦੀ ਦਾ ਲੇਪ ਲੈਣ ਗਈ ਤਾਂ ਨੈਣਾ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਦੇਖਿਆ ਉਸਨੇ ਕੀ ਕੀਤਾ? ਇਸ ਗੱਲ 'ਤੇ ਉਹਨਾਂ ਦਾ ਪੁੱਤ ਬੋਲਿਆ, ਬਸ ਮਾਂ, ਬਹੁਤ ਹੋ ਗਿਆ ਤੁਹਾਡਾ ਇਹ ਨਾਟਕ। ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਆ। ਮੈਂ ਪਿੰਡੋਂ ਤੁਹਾਨੂੰ ਸ਼ਹਿਰ ਇਸ ਲਈ ਨਹੀਂ ਲਿਆਇਆ ਕਿ ਤੁਸੀਂ ਸਾਡੇ ਦੋਹਾਂ ਦੇ ਵਿੱਚ ਲੜਾਈ ਕਰਵਾਓ। ਹੁਣ ਬੰਦ ਕਰੋ ਇਹ ਸਾਰਾ ਡਰਾਮਾ। ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ, ਜੇਕਰ ਇਸ ਘਰ ਵਿੱਚ ਰਹਿਣਾ ਏ ਤਾਂ ਚੁੱਪ ਕਰਕੇ ਰਹਿਣਾ ਪਵੇਗਾ ਤੇ ਮੇਰੀ ਪਤਨੀ ਨੂੰ ਇੱਜ਼ਤ ਦੇਣੀ ਪਵੇਗੀ, ਤਾਂ ਹੀ ਉਹ ਤੁਹਾਨੂੰ 2 ਵਕਤ ਦੀ ਰੋਟੀ ਦੇਵੇਗੀ। ਹੁਣ ਤਾਂ ਮਨਜੀਤ ਜੀ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਉਹ ਕਿਸੇ ਨੂੰ ਕੁਝ ਨਾ ਕਹਿੰਦੀ, ਚੁੱਪ ਕਰਕੇ ਆਪਣੇ ਕਮਰੇ 'ਚ ਪਈ ਰਹਿੰਦੀ। ਖਾਣ ਨੂੰ ਮਿਲ ਜਾਂਦਾ ਤਾਂ ਖਾ ਲੈਂਦੀ, ਨਹੀਂ ਤਾਂ ਮੰਗਣ ਵੀ ਨਾ ਜਾਂਦੀ। ਕਦੇ ਕਦੇ ਤਾਂ ਭੁੱਖੀ ਪਈ ਰਹਿੰਦੀ। ਉਹਨਾਂ ਨੂੰ ਇੱਦਾਂ ਲੱਗਦਾ ਕਿ ਜੋ ਹੋ ਰਿਹਾ ਠੀਕ ਹੋ ਰਿਹਾ। ਇੱਕ ਦਿਨ ਉਹਨਾਂ ਨੇ ਰਮੇਸ਼ ਨੂੰ ਕਿਹਾ, ਪੁੱਤ, ਮੇਰੇ ਬਲੱਡ ਪ੍ਰੈਸ਼ਰ ਦੀ ਦਵਾਈ ਖਤਮ ਹੋ ਗਈ ਆ, ਉਹ ਲਿਆ ਦੇ। ਤੇ ਮੇਰੇ ਗੋਡਿਆਂ 'ਚ ਬਹੁਤ ਦਰਦ ਹੋ ਰਿਹਾ, ਤੁਰਨ ਫਿਰਨ 'ਚ ਬਹੁਤ ਪਰੇਸ਼ਾਨੀ ਹੋ ਰਹੀ ਆ, ਮੈਨੂੰ ਡਾਕਟਰ ਦੇ ਕੋਲ ਲੈ ਚੱਲ। ਬਸ ਫੇਰ ਕੀ ਸੀ, ਨੈਣਾ ਤਾਂ ਇੰਤਜ਼ਾਰ 'ਚ ਬੈਠੀ ਸੀ ਲੜਨ ਦੇ ਲਈ। ਉਹ ਆਪਣੇ ਹੱਥ ਮਾਰਦੇ ਹੋਏ ਬੋਲੀ, ਜੇਕਰ ਥੋੜ੍ਹੀ ਜਿਹੀ ਸ਼ਰਮ ਬਚੀ ਆ ਤਾਂ ਇਸ ਘਰ ਵਿੱਚੋਂ ਨਿਕਲ ਕਿਉਂ ਨਹੀਂ ਜਾਂਦੀ? ਇੱਥੇ ਬੇਸ਼ਰਮਾਂ ਦੀ ਤਰ੍ਹਾਂ ਮੁਫਤ ਦੀਆਂ ਰੋਟੀਆਂ ਤੋੜਦੀ ਰਹਿੰਦੀ ਆ। ਸਰੀਰ ਦੇ ਹਰ ਹਿੱਸੇ 'ਚੋਂ ਤੁਹਾਨੂੰ ਦਰਦ ਹੋਣ ਲੱਗਿਆ। ਪੈਸੇ ਕੀ ਦਰਖਤਾਂ 'ਤੇ ਉੱਗਦੇ ਆ? ਜਦੋਂ ਦੇਖੋ ਕੁਝ ਨਾ ਕੁਝ ਨਵੀਂ ਫਰਮਾਇਸ਼ ਆਪਣੇ ਪੁੱਤ ਨੂੰ ਕਹਿ ਦਿੰਦੀ ਆ ਤੇ ਪੁੱਤ ਵੀ ਹਰ ਚੀਜ਼ ਚੁੱਪ ਕਰਕੇ ਲਿਆ ਕੇ ਹਾਜ਼ਰ ਕਰ ਦਿੰਦਾ। ਦਵਾਈ ਤੱਕ ਤਾਂ ਗੱਲ ਸਮਝ ਆਉਂਦੀ ਸੀ, ਹੁਣ ਡਾਕਟਰ ਨੂੰ ਵੀ ਦਿਖਾਓ। ਸ਼ਹਿਰ ਵਿੱਚ ਡਾਕਟਰ ਦੀ ਫੀਸ ਬਹੁਤ ਮਹਿੰਗੀ ਹੁੰਦੀ ਆ। ਕੁਝ ਤਾਂ ਪਤਾ, ਕਦੇ ਅੱਖਾਂ 'ਚ ਦਰਦ ਆ, ਕਦੇ ਚਸ਼ਮਾ ਟੁੱਟ ਗਿਆ। ਇਹ ਕੀ ਰੋਜ਼-ਰੋਜ਼ ਨਵਾਂ ਨਾਟਕ ਕਰਦੀ ਆ? ਕੋਈ ਕੰਮ ਤਾਂ ਹੈ ਨਹੀਂ। ਤੁਹਾਨੂੰ ਹੁਣ ਮਹਾਰਾਣੀ ਨੂੰ BP ਦੀ ਦਵਾਈ ਵੀ ਚਾਹੀਦੀ ਆ ਤੇ ਨਾਲ ਹੀ ਗੋਡਿਆਂ ਦੇ ਦਰਦ ਦੀ ਦਵਾਈ ਵੀ ਚਾਹੀਦੀ ਆ। ਤੁਸੀਂ ਤਾਂ ਕਮਾਉਣਾ ਨਹੀਂ, ਬਸ ਪੁੱਤ ਦੇ ਪੈਸੇ ਮੁਫਤ ਵਿੱਚ ਉਡਾਉਣ ਦਾ ਸ਼ੌਂਕ ਪਿਆ ਰਹਿੰਦਾ। ਤੁਸੀਂ ਤਾਂ ਖਰਚੇ 'ਤੇ ਖਰਚਾ ਵਧਾ ਰਹੇ ਹੋ। ਮੇਰੇ ਬੱਚੇ ਵੱਡੇ ਹੋ ਰਹੇ ਆ, ਉਹਨਾਂ ਦੇ ਸਕੂਲ ਲਈ, ਉਹਨਾਂ ਦੇ ਫਿਊਚਰ ਦੇ ਲਈ ਵੀ ਕੁਝ ਪੈਸੇ ਰੱਖਣੇ ਆ ਕਿ ਸਾਰੀ ਦੌਲਤ ਤੁਹਾਡੀ ਦਵਾਈ ਵਿੱਚ ਹੀ ਖਰਚ ਕਰਨੀ ਪਵੇਗੀ? ਇਹੀ ਸਭ ਗੱਲਾਂ ਉਹ ਰੋਜ਼-ਰੋਜ਼ ਸੁਣਾ ਕੇ ਆਪਣੀ ਸੱਸ ਦਾ ਜੀਣਾ ਹਰਾਮ ਕਰ ਦਿੰਦੀ ਸੀ। ਭਾਵੇਂ ਮਨਜੀਤ ਜੀ ਕੁਝ ਬੋਲੇ ਜਾਂ ਨਾ ਬੋਲੇ, ਉਹ ਵਿੱਚ ਜ਼ਰੂਰ ਬੋਲ ਦਿੰਦੀ ਸੀ। ਮਨਜੀਤ ਜੀ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ। ਤੁਸੀਂ ਕੀ ਗਏ, ਮੇਰੀ ਤਾਂ ਕਿਸਮਤ ਹੀ ਫੁੱਟ ਗਈ। ਨੂੰਹ ਪੁੱਤ ਇਹ ਦਿਨ ਦਿਖਾਉਣਗੇ, ਸੋਚਿਆ ਵੀ ਨਹੀਂ ਸੀ। ਮਨ ਕਰਦਾ ਕਿ ਕਦੇ-ਕਦੇ ਖੁਦਕੁਸ਼ੀ ਕਰ ਲਵਾਂ। ਮਨਜੀਤ ਜੀ ਦਾ ਸਰੀਰ ਵੀ ਹੁਣ ਬਹੁਤ ਕਮਜ਼ੋਰ ਹੋ ਗਿਆ ਸੀ। ਜੇਕਰ ਹੁਣ ਉਹ ਘਰ ਛੱਡ ਕੇ ਪਿੰਡ ਵੀ ਜਾਂਦੀ ਤਾਂ ਉੱਥੇ ਉਹਨਾਂ ਦਾ ਖਿਆਲ ਕੌਣ ਰੱਖਦਾ? ਇੱਥੇ ਘੱਟ ਤੋਂ ਘੱਟ 2 ਵਕਤ ਦੀ ਰੋਟੀ ਤਾਂ ਨਸੀਬ ਹੋ ਗਈ ਸੀ। ਇੱਕ ਧੀ ਸੀ ਜੋ ਆਪਣੇ ਸਹੁਰੇ ਘਰ 'ਚ ਬਿਜੀ ਸੀ। ਉਸ ਦੇ ਘਰ 'ਚ ਆਰਥਿਕ ਹਾਲਤ ਵੀ ਵਧੀਆ ਨਹੀਂ ਸੀ। ਸੱਸ ਵੀ ਮੰਜੇ 'ਤੇ ਪਈ ਸੀ। ਤਾਂ ਅਜਿਹੀ ਹਾਲਤ 'ਚ ਉਹ ਆਪਣੀ ਮਾਂ ਨੂੰ ਆਪਣੇ ਨਾਲ ਕਿੱਦਾਂ ਰੱਖ ਪਾਉਂਦੀ? ਉਹਦੇ ਸਹੁਰੇ ਦਾ ਸੁਭਾਅ ਵੀ ਬਹੁਤ ਅਜੀਬ ਸੀ। ਉਹ ਚਾਹ ਕੇ ਵੀ ਆਪਣੀ ਮਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੀ ਸੀ। ਮਨਜੀਤ ਜੀ ਜਾਣਦੀ ਸੀ ਕਿ ਆਪਣੀ ਧੀ ਨੂੰ ਜੇਕਰ ਇਹ ਸਭ ਕੁਝ ਦੱਸੇਗੀ ਤਾਂ ਉਹ ਦੁਖੀ ਹੋ ਜਾਵੇਗੀ, ਪਰ ਕੁਝ ਨਹੀਂ ਕਰ ਪਾਵੇਗੀ। ਇਸ ਲਈ ਜਦੋਂ ਵੀ ਫੋਨ ਆਉਂਦਾ ਤਾਂ ਹੱਸਦੇ ਮੁਸਕਰਾਉਂਦੇ ਉਸ ਨਾਲ ਗੱਲ ਕਰਦੀ। ਆਪਣਾ ਦੁੱਖ ਉਸ ਦੇ ਅੱਗੇ ਕਦੇ ਨਾ ਰੋਂਦੀ। ਪਰ ਇੱਕ ਦਿਨ ਮਨਜੀਤ ਜੀ ਦੀ ਬੇਟੀ ਪ੍ਰਿਯੰਕਾ ਆਪਣੀ ਧੀ ਨੂੰ ਰਾਤ ਨੂੰ ਸਵਾ ਰਹੀ ਸੀ ਤਾਂ ਉਸ ਨੂੰ ਬਹੁਤ ਉਲਟੀਆਂ ਹੋਣ ਲੱਗੀਆਂ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਸਵੇਰੇ ਜਦੋਂ ਉਹ ਘਰ ਆਏ ਤਾਂ ਉਸੇ ਸਮੇਂ ਫੋਨ ਦੀ ਰਿੰਗ ਵੱਜੀ। ਉਸ ਨੂੰ ਕੁਝ ਅਜਿਹੀ ਦਿਲ ਦਹਿਲਾ ਦੇਣ ਵਾਲੀ ਖਬਰ ਮਿਲੀ ਜਿਸ ਨੂੰ ਸੁਣ ਕੇ ਉਹ ਸੋਫੇ 'ਤੇ ਡਿੱਗ ਪਈ। ਉਸ ਦੇ ਹੱਥੋਂ ਫੋਨ ਛੁੱਟ ਗਿਆ। ਇਹ ਸਭ ਕੁਝ ਦੇਖ ਕੇ ਪ੍ਰਿਯੰਕਾ ਦੀ ਬੇਟੀ ਤੇ ਪਤੀ ਵੀ ਬਹੁਤ ਪਰੇਸ਼ਾਨ ਹੋ ਗਏ। ਪ੍ਰਿਯੰਕਾ ਦੇ ਪਤੀ ਨੇ ਪੁੱਛਿਆ, ਕੀ ਹੋਇਆ? ਤਾਂ ਉਸ ਦਾ ਗਲਾ ਭਰ ਆਇਆ ਤੇ ਉਸ ਦੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਨਿਕਲਿਆ। ਉਸ ਦੇ ਹੰਝੂ ਵਹਿਣ ਲੱਗੇ। ਉਹ ਕੁਝ ਨਾ ਬੋਲੀ। ਤਾਂ ਪ੍ਰਿਯੰਕਾ ਦੇ ਪਤੀ ਮਨੋਜ ਨੇ ਦੁਬਾਰਾ ਫੋਨ ਕੀਤਾ। ਦੂਜੇ ਪਾਸਿਓਂ ਪ੍ਰਿਯੰਕਾ ਦੀ ਮਾਂ ਦੀ ਅਚਾਨਕ ਮਰਨ ਦੀ ਖਬਰ ਮਿਲੀ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ। ਇਹ ਖਬਰ ਸੁਣ ਕੇ ਪ੍ਰਿਯੰਕਾ ਦਾ ਦਿਲ ਬਹੁਤ ਜ਼ਖਮੀ ਹੋ ਗਿਆ, ਕਿਉਂਕਿ ਇੱਕ ਧੀ ਆਪਣੀ ਮਾਂ ਨਾਲ ਸਭ ਤੋਂ ਜ਼ਿਆਦਾ ਜੁੜੀ ਰਹਿੰਦੀ ਆ। ਉਹਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਤਾਂ ਉਹ ਪਾਗਲ ਜੀ ਹੋ ਗਈ। ਉਸ ਨੂੰ ਯਾਦ ਆਇਆ ਕਿ ਅਜੇ 2 ਮਹੀਨੇ ਪਹਿਲਾਂ ਤਾਂ ਮਾਂ ਨਾਲ ਗੱਲ ਹੋਈ ਸੀ। ਉਹ ਕਹਿ ਰਹੀ ਸੀ ਗੋਡਿਆਂ ਦਾ ਦਰਦ ਬਹੁਤ ਜ਼ਿਆਦਾ ਵੱਧ ਗਿਆ, ਬਾਕੀ ਸਭ ਕੁਝ ਤਾਂ ਠੀਕ ਆ। ਫਿਰ ਅਚਾਨਕ ਇਹ ਕੀ ਹੋ ਗਿਆ?
ਰੋਂਦੇ ਰੋਂਦੇ ਉਹ ਆਪਣੀ ਮਾਂ ਦੇ ਘਰ ਭਾਵ ਕਿ ਆਪਣੇ ਭਰਾ ਦੇ ਘਰ ਪਹੁੰਚੀ। ਉਦੋਂ ਤੱਕ ਉਸ ਦਾ ਭਰਾ ਆਪਣੀ ਮਾਂ ਦੇ ਮਰੇ ਹੋਏ ਸਰੀਰ ਨੂੰ ਲੈ ਕੇ ਸੰਸਕਾਰ ਕਰਨ ਦੇ ਲਈ ਨਿਕਲ ਚੁੱਕਿਆ ਸੀ। ਪ੍ਰਿਯੰਕਾ ਨੇ ਭਾਬੀ ਨੂੰ ਕਿਹਾ, ਭਾਬੀ ਮੇਰੀ ਉਡੀਕ ਵੀ ਨਹੀਂ ਕੀਤੀ ਵੀਰੇ ਨੇ। ਭਾਬੀ ਤਾਂ ਬਿਲਕੁਲ ਚੁੱਪਚਾਪ ਖੜੀ ਸੀ। ਉੱਥੇ ਸਾਰੇ ਕਹਿ ਰਹੇ ਸੀ ਕਿ ਕੋਈ ਕਾਰਨ ਅਜੇ ਤੱਕ ਸਮਝ ਨਹੀਂ ਆਇਆ। ਨੈਣਾ ਨੇ ਸਾਰਿਆਂ ਨੂੰ ਇਹੀ ਕਿਹਾ ਕਿ ਜਿਸ ਸਮੇਂ ਮਾਂ ਦੀ ਮੌਤ ਹੋਈ ਉਸ ਸਮੇਂ ਘਰ ਕੋਈ ਨਹੀਂ ਸੀ ਤੇ ਕੋਰੀਅਰ ਵਾਲਾ ਆਇਆ ਸੀ, ਤੇ ਜਦੋਂ ਮਾਂ ਗੇਟ ਖੋਲ੍ਹਣ ਦੇ ਲਈ ਪੌੜੀਆਂ ਤੋਂ ਉਤਰ ਰਹੀ ਸੀ ਤਾਂ ਉਹਨਾਂ ਦਾ ਬੈਲੈਂਸ ਵਿਗੜਨ ਦੇ ਕਾਰਨ ਉਹ ਪੌੜੀਆਂ ਤੋਂ ਡਿੱਗ ਪਈ ਤੇ ਉਹਨਾਂ ਦੀ ਮੌਤ ਹੋ ਗਈ। ਪਰ ਪ੍ਰਿਯੰਕਾ ਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ, ਕਿਉਂਕਿ ਮਾਂ ਨੂੰ ਗਠੀਏ ਦੀ ਸ਼ਿਕਾਇਤ ਸੀ। ਉਹ ਥੋੜ੍ਹਾ ਬਹੁਤ ਹੀ ਤੁਰ ਪਾਉਂਦੀ ਸੀ। ਪੌੜੀਆਂ ਤੋਂ ਉਤਰਨ ਦੀ ਗੱਲ ਤਾਂ ਬਹੁਤ ਦੂਰ ਸੀ। ਉਹਨਾਂ ਦੇ ਗੋਡਿਆਂ ਦਾ ਦਰਦ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸੀ, ਇਸ ਲਈ ਉਹ ਉੱਪਰ ਜਾਂਦੀ ਨਹੀਂ ਸੀ। ਪ੍ਰਿਯੰਕਾ ਨੂੰ ਲੱਗਿਆ ਇਹ ਸਭ ਗੱਲਾਂ ਕਰਨ ਦਾ ਸਹੀ ਸਮਾਂ ਨਹੀਂ। ਪ੍ਰਿਯੰਕਾ ਉੱਥੋਂ ਭੱਜਦੀ ਭੱਜਦੀ ਸ਼ਮਸ਼ਾਨ ਘਾਟ ਦੇ ਕੋਲ ਪਹੁੰਚ ਗਈ ਤੇ ਆਪਣੀ ਮਾਂ ਨੂੰ ਘੁੱਟ ਕੇ ਰੋ ਰਹੀ ਸੀ। ਤੇ ਨਾ ਜਾਣੇ ਕਿੰਨੀਆਂ ਹੀ ਗੱਲਾਂ ਉਸਨੇ ਆਪਣੀ ਮਾਂ ਨੂੰ ਇੱਕ ਸਕਿੰਟ 'ਚ ਹੀ ਕਰ ਦਿੱਤੀਆਂ। ਮਾਂ, ਤੂੰ ਮੈਨੂੰ ਛੱਡ ਕੇ ਕਿੱਥੇ ਚਲੀ ਗਈ? ਜਦੋਂ ਮੈਂ ਆਉਂਦੀ ਸੀ ਤੂੰ ਮੈਨੂੰ ਦੇਖਦੇ ਹੀ ਕਿੰਨੀ ਖੁਸ਼ ਹੋ ਜਾਂਦੀ ਸੀ। ਪ੍ਰਿਯੰਕਾ ਆਹ ਖਾ ਲੈ, ਪ੍ਰਿਯੰਕਾ ਉਹ ਖਾ ਲੈ, ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ। ਤੂੰ ਮੈਨੂੰ ਇੰਨੇ ਪਿਆਰ ਨਾਲ ਆਪਣੇ ਹੱਥ ਨਾਲ ਖਾਣਾ ਖਵਾਉਂਦੀ ਸੀ। ਹੁਣ ਇੰਨਾ ਪਿਆਰ ਦੁਲਾਰ ਮੈਨੂੰ ਕੌਣ ਕਰੇਗਾ? ਮੈਂ ਕਿੰਨੀ ਇਕੱਲੀ ਹੋ ਗਈ। ਹੁਣ ਮੈਂ ਕਿਸ ਨਾਲ ਆਪਣਾ ਦੁੱਖ ਦਰਦ ਵੰਡਿਆ ਕਰਾਂਗੀ? ਵਾਪਸ ਆ ਜਾ ਮਾਂ। ਆਪਣੀ ਮਾਂ ਦਾ ਮੱਥਾ ਚੁੰਮ ਰਹੀ ਸੀ। ਉਦੋਂ ਹੀ ਮਾਂ ਦੇ ਮੱਥੇ ਦੀ ਪੱਟੀ ਖਿਸਕ ਗਈ ਤਾਂ ਪ੍ਰਿਯੰਕਾ ਇਹ ਦੇਖ ਕੇ ਹੈਰਾਨ ਹੋ ਗਈ, ਕਿਉਂਕਿ ਮੱਥੇ ਦੀ ਪੱਟੀ ਦੇ ਥੱਲੇ ਤਾਂ ਕੋਈ ਸੱਟ ਦਾ ਨਿਸ਼ਾਨ ਹੀ ਨਹੀਂ ਸੀ। ਮੱਥਾ ਕਿਵੇਂ ਕਿਸੇ ਪਾਸਿਓਂ ਵੀ ਫਟਿਆ ਹੋਇਆ ਨਹੀਂ ਸੀ। ਜਿੱਦਾਂ ਕਿ ਭਾਬੀ ਨੇ ਦੱਸਿਆ ਕਿ ਪੌੜੀਆਂ ਤੋਂ ਡਿੱਗਣ ਦੇ ਕਾਰਨ ਮਾਂ ਦੇ ਮੱਥੇ 'ਤੇ ਬਹੁਤ ਸੱਟ ਆਈ ਸੀ, ਪਰ ਇੱਥੇ ਤਾਂ ਕੁਝ ਵੀ ਅਜਿਹਾ ਨਹੀਂ ਸੀ। ਜ਼ਰੂਰ ਕੋਈ ਗੜਬੜ ਆ। ਪ੍ਰਿਯੰਕਾ ਆਪਣੀ ਮਾਂ ਦੇ ਪੂਰੇ ਸਰੀਰ ਨੂੰ ਬਹੁਤ ਧਿਆਨ ਨਾਲ ਦੇਖਣ ਲੱਗੀ। ਉਦੋਂ ਹੀ ਉਸਦੀ ਮਾਂ ਦੇ ਪੱਲੇ ਨਾਲ ਬੰਨੀ ਇੱਕ ਚਿੱਠੀ 'ਤੇ ਪਈ। ਪ੍ਰਿਯੰਕਾ ਅੰਤਿਮ ਸੰਸਕਾਰ 'ਚ ਮੌਜੂਦ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਦੇ ਪੱਲੇ ਨਾਲ ਉਹ ਚਿੱਠੀ ਖੋਲ੍ਹੀ ਤੇ ਪੜ੍ਹਨ ਲੱਗੀ, ਕਿਉਂਕਿ ਉਸ ਚਿੱਠੀ ਵਿੱਚ ਪ੍ਰਿਯੰਕਾ ਦੀ ਮਾਂ ਨੇ ਕੁਝ ਅਜਿਹੇ ਰਾਜ਼ ਖੋਲ੍ਹੇ ਜਿਨ੍ਹਾਂ ਨੂੰ ਪੜ੍ਹ ਕੇ ਉਹ ਹੈਰਾਨ ਹੋ ਗਈ। ਉਦੋਂ ਹੀ ਰਮੇਸ਼ ਆਪਣੀ ਮਾਂ ਦੀ ਚਿਤਾ ਨੂੰ ਅੱਗ ਲਗਾਉਣ ਜਾ ਰਿਹਾ ਸੀ ਤਾਂ ਪ੍ਰਿਯੰਕਾ ਬੋਲੀ, ਰੁਕ ਜਾ ਵੀਰੇ, ਤੇ ਆਪਣੀ ਮਾਂ ਦੀ ਚਿਤਾ ਦੇ ਸਾਹਮਣੇ ਆ ਕੇ ਹੱਥ ਫੈਲਾ ਕੇ ਬੋਲੀ, ਕੋਈ ਵੀ ਇਹਨਾਂ ਦਾ ਸੰਸਕਾਰ ਅਜੇ ਨਹੀਂ ਕਰੇਗਾ। ਜਦੋਂ ਪ੍ਰਿਯੰਕਾ ਨੇ ਅਜਿਹਾ ਕਿਹਾ ਤਾਂ ਸਾਰੇ ਹੈਰਾਨ ਹੋ ਗਏ ਕਿ ਬੋਲੇ, ਪ੍ਰਿਯੰਕਾ ਇੰਨੀ ਪਾਗਲ ਨਾ ਹੋ, ਇਹ ਤਾਂ ਕੁਦਰਤ ਦਾ ਦਸਤੂਰ ਆ ਤੇ ਜੋ ਆਉਂਦਾ ਇੱਕ ਦਿਨ ਉਸ ਨੂੰ ਜਾਣਾ ਤਾਂ ਹੁੰਦਾ ਹੀ ਆ। ਆਖਰ ਅਜਿਹਾ ਕੀ ਹੋ ਗਿਆ ਜੋ ਤੂੰ ਆਪਣੀ ਮਾਂ ਦੇ ਸਰੀਰ ਨੂੰ ਅੱਗ ਲਾਉਣ ਤੋਂ ਰੋਕ ਰਹੀ ਆ? ਉਦੋਂ ਹੀ ਪ੍ਰਿਯੰਕਾ ਨੇ ਆਪਣੇ ਪਤੀ ਨੂੰ ਆਪਣੀ ਮਾਂ ਦੀ ਚਿੱਠੀ ਦਿਖਾ ਦਿੱਤੀ, ਜਿਸ ਨੂੰ ਪੜ੍ਹ ਕੇ ਉਸਦੇ ਪਤੀ ਵੀ ਹੈਰਾਨ ਹੋ ਗਏ। ਹੁਣ ਬਿਨਾਂ ਦੇਰ ਕੀਤੇ ਪ੍ਰਿਯੰਕਾ ਨੇ ਪੁਲਿਸ ਨੂੰ ਫੋਨ ਕਰ ਦਿੱਤਾ, ਪਰ ਪੁਲਿਸ ਦੀ ਲਾਈਨ ਬਿਜ਼ੀ ਆ ਰਹੀ ਸੀ ਤਾਂ ਉਸਨੇ ਆਪਣੇ ਪਤੀ ਨੂੰ ਪੁਲਿਸ ਸਟੇਸ਼ਨ ਭੇਜਿਆ। ਅਜੇ ਤੱਕ ਪ੍ਰਿਯੰਕਾ ਦਾ ਭਰਾ ਕੁਝ ਸਮਝ ਨਹੀਂ ਪਾ ਰਿਹਾ ਸੀ ਕਿ ਆਖਰ ਕੀ ਗੱਲ ਆ, ਪ੍ਰਿਯੰਕਾ ਇੱਦਾਂ ਕਿਉਂ ਕਰ ਰਹੀ ਆ। ਤੇ ਕੁਝ ਹੀ ਸਮੇਂ ਵਿੱਚ ਪ੍ਰਿਯੰਕਾ ਦਾ ਪਤੀ ਪੁਲਿਸ ਨੂੰ ਲੈ ਕੇ ਪਹੁੰਚ ਗਿਆ। ਪੁਲਿਸ ਦੇ ਆਉਣ 'ਤੇ ਸਾਰੇ ਹੈਰਾਨ ਸੀ। ਆਖਰ ਕੀ ਗੱਲ ਆ, ਕੋਈ ਸਮਝ ਨਹੀਂ ਸਕਿਆ। ਪ੍ਰਿਯੰਕਾ ਨੇ ਪੁਲਿਸ ਵਾਲਿਆਂ ਨੂੰ ਉਹ ਚਿੱਠੀ ਦਿਖਾ ਦਿੱਤੀ ਜੋ ਕਿ ਉਸਦੀ ਮਾਂ ਦੇ ਪੱਲੇ ਨਾਲ ਬੰਨੀ ਹੋਈ ਸੀ। ਉਸ ਚਿੱਠੀ ਵਿੱਚ ਪ੍ਰਿਯੰਕਾ ਦੀ ਮਾਂ ਮਨਜੀਤ ਜੀ ਨੇ ਲਿਖਿਆ ਸੀ ਕਿ ਉਹਨਾਂ ਦੀ ਨੂੰਹ ਨੈਣਾ ਦਿਨ ਪ੍ਰਤੀ ਦਿਨ ਜਲਾਦ ਹੁੰਦੀ ਜਾ ਰਹੀ ਆ। ਉਹਨਾਂ 'ਤੇ ਬਿਨਾਂ ਕਾਰਨ ਹੱਥ ਚੁੱਕ ਦਿੰਦੀ ਆ, ਕਦੇ ਉਹਨਾਂ ਦੀ ਕਮਰ ਤੋੜ ਦਿੰਦੀ ਆ ਤੇ ਕਦੇ ਉਹਨਾਂ ਦੇ ਗੱਲਾਂ 'ਤੇ ਮਾਰਦੀ ਆ, ਤੇ ਰਮੇਸ਼ ਵੀ ਉਸ ਦਾ ਸਾਥ ਦਿੰਦਾ। ਪਰ ਅੱਜ ਰਾਤ ਜੋ ਮੈਂ ਸੁਣਿਆ ਉਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ। ਦਰਅਸਲ ਅੱਜ ਰਾਤ ਨੂੰ ਜਦੋਂ ਵਾਸ਼ਰੂਮ ਜਾਣ ਦੇ ਲਈ ਉੱਠੀ ਤਾਂ ਉਹਨਾਂ ਦਾ ਗਲਾ ਸੁੱਕ ਰਿਹਾ ਸੀ ਤਾਂ ਰਸੋਈ 'ਚ ਪਾਣੀ ਲੈਣ ਦੇ ਲਈ ਪਹੁੰਚੀ, ਕਿਉਂਕਿ ਉਹ ਆਪਣਾ ਜੱਗ ਰੱਖਣਾ ਰਾਤ ਨੂੰ ਭੁੱਲ ਗਈ ਸੀ। ਪਾਣੀ ਲੈਣ ਤੋਂ ਬਾਅਦ ਜਿੱਦਾਂ ਹੀ ਉਹ ਗੈਸਟ ਰੂਮ ਦੇ ਦਰਵਾਜ਼ੇ ਦੇ ਕੋਲ ਲੰਘ ਰਹੀ ਸੀ ਤਾਂ ਉਹਨਾਂ ਨੂੰ ਨੈਣਾ ਤੇ ਉਸਦੀ ਮਾਂ ਦੀ ਆਵਾਜ਼ ਸੁਣਾਈ ਦਿੱਤੀ। ਇੰਨੀ ਰਾਤ ਨੂੰ ਦੋਵੇਂ ਕੀ ਗੱਲਾਂ ਕਰ ਰਹੀਆਂ ਸੀ? ਉਹਨਾਂ ਨੂੰ ਤਾਂ ਇਹੀ ਸੋਚ ਕੇ ਘਬਰਾਹਟ ਹੋ ਰਹੀ ਸੀ। ਉਹਨਾਂ ਨੂੰ ਆਵਾਜ਼ ਆਈ ਕਿ ਮਾਂ, ਰਮੇਸ਼ ਨਹੀਂ ਆ, ਹੁਣ ਠੀਕ ਸਮਾਂ। ਜਦੋਂ ਇਹ ਗੱਲ ਉਹਨਾਂ ਦੇ ਕੰਨਾਂ 'ਚ ਪਈ ਤਾਂ ਰੁਕ ਕੇ
ਉਹਨਾਂ ਨੇ ਨੈਣਾ ਦੇ ਗੇਟ 'ਤੇ ਆਪਣੇ ਕੰਨ ਲਗਾ ਲਏ ਤੇ ਧਿਆਨ ਨਾਲ ਸੁਣਨ ਲੱਗੀ। ਉਹਨਾਂ ਦੀਆਂ ਗੱਲਾਂ 'ਤੇ ਥੋੜ੍ਹਾ ਧਿਆਨ ਦਿੱਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਨੂੰਹ ਤੇ ਉਸ ਦੀ ਮਾਂ ਤਾਂ ਮਨਜੀਤ ਜੀ ਦੇ ਖਿਲਾਫ ਸਾਜ਼ਿਸ਼ ਰਚ ਰਹੇ ਹਨ, ਜਿਸ ਦਾ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ। ਦਰਅਸਲ ਉਹਨਾਂ ਦੀ ਨੂੰਹ ਤੇ ਉਸ ਦੀ ਮਾਂ ਇੱਕ ਵਾਰ ਇਸ ਬੁੜੀ ਨੂੰ ਹਮੇਸ਼ਾ ਦੇ ਲਈ ਆਪਣੇ ਰਸਤੇ ਤੋਂ ਹਟਾ ਦੇਣਾ ਚਾਹੁੰਦੀਆਂ ਸੀ, ਨਹੀਂ ਤਾਂ ਇਹ ਬੁੜੀ ਸਾਰੀ ਜਾਇਦਾਦ ਆਪਣੀ ਧੀ ਦੇ ਨਾਮ ਕਰ ਦੇਵੇਗੀ। ਇੱਕ ਛੋਟਾ ਜਿਹਾ ਪਿੰਡ ਵਿੱਚ ਘਰ ਆ ਤੇ ਇੱਕ ਖੇਤ ਉਹ ਆਪਣੀ ਧੀ ਦੇ ਨਾਮ ਕਰ ਦੇਵੇਗੀ। ਕਿਉਂਕਿ ਪ੍ਰਿਯੰਕਾ ਦੀ ਆਰਥਿਕ ਸਥਿਤੀ ਸਹੀ ਨਹੀਂ ਚੱਲ ਰਹੀ ਤਾਂ ਨੈਣਾ ਨੇ 2 ਦਿਨ ਪਹਿਲਾਂ ਆਪਣੀ ਸੱਸ ਨੂੰ ਫੋਨ 'ਤੇ ਇੱਦਾਂ ਗੱਲਾਂ ਕਰਦੇ ਹੋਏ ਸੁਣਿਆ ਸੀ। ਇਸ ਲਈ ਮਾਵਾਂ ਧੀਆਂ ਦੋਵਾਂ ਨੇ ਮਨਜੀਤ ਦੇ ਖਿਲਾਫ ਸਾਜ਼ਿਸ਼ ਰਚ ਲਈ। ਮਰ ਜਾਵੇਗੀ ਤਾਂ ਵਧੀਆ ਹੋਵੇਗਾ, ਸਾਨੂੰ ਇਸ ਦੀ ਸੇਵਾ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਸਾਰੀ ਜਾਇਦਾਦ ਆਪਣੇ ਆਪ ਸਾਡੀ ਹੋ ਜਾਵੇਗੀ। ਇਸ ਲਈ ਸਾਨੂੰ ਜਲਦੀ ਕੁਝ ਕਰਨਾ ਪਵੇਗਾ। ਜਦੋਂ ਉਹਨਾਂ ਨੇ ਇਹ ਸਭ ਗੱਲਾਂ ਸੁਣ ਲਈਆਂ ਤਾਂ ਕੁਝ ਸਮੇਂ ਦੇ ਲਈ ਤਾਂ ਉਹਨਾਂ ਦੇ ਸਾਹ ਰੁਕ ਗਏ। ਉਹ ਸਮਝ ਨਹੀਂ ਪਾ ਰਹੀ ਸੀ ਕਿ ਕੀ ਕਰੇ ਤੇ ਕੀ ਨਾ ਕਰੇ, ਕਿਉਂਕਿ ਹੁਣ ਤੱਕ ਤਾਂ ਬਹੁਤ ਰਾਤ ਹੋ ਚੁੱਕੀ ਸੀ। ਫਿਰ ਵੀ ਉਹਨਾਂ ਨੇ ਪ੍ਰਿਯੰਕਾ ਨੂੰ ਫੋਨ ਕੀਤਾ, ਪਰ ਪ੍ਰਿਯੰਕਾ ਦਾ ਫੋਨ ਸਵਿਚ ਆਫ ਦੱਸ ਰਿਹਾ ਸੀ, ਕਿਉਂਕਿ ਉਸ ਦੀ ਧੀ ਦੀ ਤਬੀਅਤ ਖਰਾਬ ਸੀ ਤੇ ਉਹ ਹਸਪਤਾਲ ਵਿੱਚ ਉਸ ਨੂੰ ਲੈ ਕੇ ਗਈ ਸੀ। ਉਸ ਚਿੱਠੀ 'ਚ ਮਨਜੀਤ ਸਿੰਘ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਜੇਕਰ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਨੂੰਹ ਤੇ ਉਸ ਦੀ ਮਾਂ। ਰਮੇਸ਼ ਮੈਨੂੰ ਮਾਰਨਾ ਚਾਹੁੰਦਾ ਜਾਂ ਨਹੀਂ ਇਹ ਮੈਂ ਨਹੀਂ ਜਾਣਦੀ। ਮਰਦੇ ਮਰਦੇ ਉਹਨਾਂ ਨੇ ਆਪਣੀ ਵਸੀਅਤ ਦੀ ਵੰਡ ਕਰ ਦਿੱਤੀ। ਪਿੰਡ ਵਾਲੇ ਘਰ ਵਿੱਚ ਦਰਸ਼ਨ ਸਿੰਘ ਜੀ ਦੀ ਫੋਟੋ ਕੰਧ 'ਤੇ ਲੰਗੀ ਹੋਈ ਆ। ਉਸ ਦੇ ਪਿੱਛੇ ਇੱਕ ਨਵੀਂ ਜ਼ਮੀਨ ਦੇ ਕਾਗਜ਼ ਹਨ ਜੋ ਮੇਰੇ ਨੂੰਹ ਪੁੱਤ ਨੂੰ ਨਹੀਂ ਪਤਾ। ਦਰਸ਼ਨ ਸਿੰਘ ਜੀ ਨੇ ਮਰਨ ਤੋਂ ਪਹਿਲਾਂ ਇੱਕ ਨਵੀਂ ਜ਼ਮੀਨ ਖਰੀਦੀ ਸੀ ਤਾਂ ਜੋ ਬੁਢਾਪੇ 'ਚ ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਹ ਜ਼ਮੀਨ ਮੈਂ ਆਪਣੇ ਨੂੰਹ ਪੁੱਤ ਨੂੰ ਦੇਣਾ ਚਾਹੁੰਦੀ ਸੀ, ਪਰ ਹੁਣ ਆਪਣੀ ਧੀ ਦੇ ਨਾਮ ਕਰਦੀ ਹਾਂ ਤੇ ਪਿੰਡ ਵਾਲਾ ਘਰ ਆਪਣੇ ਪੋਤੇ ਦੇ ਨਾਮ ਕਰਦੀ ਹਾਂ ਤੇ ਪਿੰਡ ਦੇ ਖੇਤ ਅਨਾਥ ਆਸ਼ਰਮ ਤੇ ਬਿਰਧ ਆਸ਼ਰਮ 'ਚ ਦਾਨ ਦੇ ਦਿੱਤੇ ਜਾਣ, ਕਿਉਂਕਿ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਮੇਰੀ ਨੂੰਹ ਕੁਝ ਵੀ ਕਰ ਸਕਦੀ ਆ। ਇਸ ਲਈ ਮੈਂ ਆਪਣੀ ਆਖਰੀ ਇੱਛਾ ਇਸ ਚਿੱਠੀ ਵਿੱਚ ਲਿਖ ਰਹੀ ਹਾਂ ਅਤੇ ਸ਼ਾਇਦ ਇਹ ਚਿੱਠੀ ਲਿਖ ਕੇ ਉਹਨਾਂ ਨੇ ਆਪਣੇ ਪੱਲੇ ਵਿੱਚ ਲੁਕੋ ਕੇ ਬੰਨ੍ਹ ਲਈ ਕਿ ਇੰਨੀ ਹੀ ਦੇਰ 'ਚ ਉਹਨਾਂ ਦੇ ਨਾਲ ਕੋਈ ਹਾਦਸਾ ਹੋ ਗਿਆ। ਪਰ ਹੋਇਆ ਕੀ ਸੀ, ਅਜੇ ਤੱਕ ਕੋਈ ਵੀ ਗੱਲ ਸਾਫ਼ ਦਿਖਾਈ ਨਹੀਂ ਦਿੱਤੀ। ਇਹ ਸਭ ਕੁਝ ਕਿੱਦਾਂ ਹੋਇਆ, ਉਹਨਾਂ ਦੀ ਮੌਤ ਕਿੱਦਾਂ ਹੋਈ ਤਾਂ ਪੁਲਿਸ ਨੇ ਉਹਨਾਂ ਦੀ ਬੋਡੀ ਨੂੰ ਪੋਸਟਮਾਰਟਮ ਰਿਪੋਰਟ ਦੇ ਲਈ ਭੇਜ ਦਿੱਤਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਸੀ ਕਿ ਆਖਰ ਉਹਨਾਂ ਦੀ ਮੌਤ ਦਾ ਕਾਰਨ ਕੀ ਆ। ਪੁਲਿਸ ਨੇ ਜਦੋਂ ਉਹ ਚਿੱਠੀ ਪੜ੍ਹੀ ਤਾਂ ਉਸ ਦੇ ਆਧਾਰ 'ਤੇ ਉਹਨਾਂ ਦੀ ਨੂੰਹ ਤੇ ਉਸ ਦੀ ਮਾਂ ਨੂੰ ਜੇਲ੍ਹ 'ਚ ਰੱਖ ਦਿੱਤਾ ਤੇ ਜਦੋਂ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਪਤਾ ਲੱਗਿਆ ਕਿ ਮਨਜੀਤ ਜੀ ਦੀ ਨੂੰਹ ਨੇ ਚਾਹ ਦੇ ਵਿੱਚ ਜ਼ਹਿਰ ਮਿਲਾ ਕੇ ਉਹਨਾਂ ਨੂੰ ਦੇ ਦਿੱਤਾ ਸੀ ਤੇ ਸ਼ਾਇਦ ਉਸ ਤੋਂ ਬਾਅਦ ਹੀ ਜਦੋਂ ਉਹਨਾਂ ਨੇ ਉਹ ਚਿੱਠੀ ਲਿਖੀ ਤਾਂ ਲਿਖਣ ਤੋਂ ਬਾਅਦ ਹੀ ਉਹਨਾਂ ਨੇ ਉਹ ਚਿੱਠੀ ਮੋੜ ਕੇ ਆਪਣੇ ਪੱਲੇ ਨਾ ਬੰਨ੍ਹ ਲਈ। ਇਸ ਲਈ ਉਹ ਚਿੱਠੀ ਉਹਨਾਂ ਦੇ ਪੱਲੇ 'ਚ ਹੀ ਰਹਿ ਗਈ। ਉਹਨਾਂ ਦੀ ਨੂੰਹ ਤਾਂ ਸ਼ਾਇਦ ਆਪਣੀ ਇਹ ਇੱਛਾ ਪੂਰੀ ਹੋਣ ਦੇ ਕਾਰਨ ਇੰਨੀ ਖੁਸ਼ ਸੀ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੀ ਮਾਂ ਦੇ ਪੱਲੇ ਵਿੱਚ ਕੀ ਆ ਤੇ ਇਸੇ ਆਧਾਰ 'ਤੇ ਅੱਜ ਸਾਰਾ ਸੱਚ ਸਾਹਮਣੇ ਆਇਆ। ਪ੍ਰਿਯੰਕਾ ਨੇ ਆਪਣੀ ਸਮਝਦਾਰੀ ਨਾਲ ਆਪਣੀ ਮਾਂ ਦੇ ਹਥਿਆਰਿਆਂ ਨੂੰ ਸਜ਼ਾ ਦਿਵਾਈ ਤੇ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ। ਰਮੇਸ਼ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਤੇ ਪੁੱਛਗਿੱਛ ਨਾਲ ਪਤਾ ਲੱਗਿਆ ਕਿ ਰਮੇਸ਼ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਰਮੇਸ਼ ਨੇ ਆਪਣੀ ਪਤਨੀ ਨੂੰ ਜੇਲ੍ਹ 'ਚ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ ਤੇ ਬੋਲਿਆ ਕਿ ਮੈਂ ਤੈਨੂੰ ਇੰਨੀ ਖੁੱਲ੍ਹ ਨਹੀਂ ਦਿੱਤੀ ਸੀ ਕਿ ਤੂੰ ਅਜਿਹੀ ਹਰਕਤ ਕਰੇ ਤੇ ਤੂੰ ਅਜਿਹਾ ਕੁਝ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ। ਥੋੜ੍ਹੀ ਬਹੁਤ ਲੜਾਈ ਕਿਸ ਘਰ ਵਿੱਚ ਨਹੀਂ ਹੁੰਦੀ, ਪਰ ਤੂੰ ਤਾਂ ਮੇਰੀ ਮਾਂ ਨੂੰ ਇਸ ਦੁਨੀਆ ਤੋਂ ਹੀ ਹਟਾ ਦਿੱਤਾ। ਮੈਂ ਇਹ ਨਹੀਂ ਜਾਣਦਾ ਸੀ ਕਿ ਮੈਂ ਤਾਂ ਤੇਰਾ ਸਾਥ ਇਸ ਲਈ ਦਿੰਦਾ ਸੀ ਕਿ ਰੋਜ਼-ਰੋਜ਼ ਕਲੇਸ਼ ਕੌਣ ਕਰੇ। ਹੁਣ ਮੈਂ ਤੇਰੇ ਤੋਂ ਸਾਰੇ ਰਿਸ਼ਤੇ ਤੋੜਦਾ। ਮਾਂ, ਤੁਸੀਂ ਆਪਣੀ ਧੀ ਦੇ ਇਸ ਗਲਤ ਕੰਮ 'ਚ ਉਸ ਦਾ ਸਾਥ ਦਿੱਤਾ। ਕਿੱਦਾਂ ਦੀ ਮਾਂ ਹੈ ਤੂੰ? ਰਮੇਸ਼ ਆਪਣੀ ਮਾਂ ਦੀ ਜਲੀ ਹੋਈ ਰਾਖ ਨੂੰ ਆਪਣੇ ਹੱਥ 'ਚ ਲੈ ਕੇ ਰੋ ਰਿਹਾ ਸੀ। ਆਪਣੇ ਕੀਤੇ ਦਾ ਪਛਤਾਵਾ ਕਰ ਰਿਹਾ ਸੀ, ਪਰ ਹੁਣ ਰੋਣ ਦਾ ਕੀ ਫਾਇਦਾ ਤੇ ਪ੍ਰਿਯੰਕਾ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਹੰਝੂ ਦਿਖਾਈ ਦੇ ਰਹੇ ਸੀ ਕਿ ਉਸਨੇ ਆਪਣੀ ਮਾਂ ਨੂੰ ਇਨਸਾਫ ਦਿਵਾ ਦਿੱਤਾ। ਸੋ ਦੋਸਤੋ, ਹਰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਆ। ਜੇਕਰ ਉਹਨਾਂ ਦੀ ਧੀ ਦੁੱਖ ਵਿੱਚ ਆ ਤਾਂ ਮਾਂ ਦਾ ਇਹ ਫਰਜ਼ ਆ
ਕਿ ਉਸ ਦੀ ਵੀ ਆਰਥਿਕ ਰੂਪ ਵਿੱਚ ਮਦਦ ਕਰੇ। ਕਾਨੂੰਨ ਵੀ ਇਸ ਦੀ ਪਰਮਿਸ਼ਨ ਦਿੰਦਾ, ਪਰ ਮਾਂ ਨੂੰ ਜਾਇਦਾਦ ਦੇ ਚੱਕਰ ਵਿੱਚ ਆਪਣੇ ਰਸਤੇ ਤੋਂ ਹਟਾ ਦੇਣਾ ਲਾਹਨਤ ਆ। ਅਜਿਹੀ ਨੂੰਹ 'ਤੇ ਇਸ ਤੋਂ ਵਧੀਆ ਕਿ ਉਹਨਾਂ ਦਾ ਪੁੱਤ ਕੁਆਰਾ ਹੀ ਰਹੇ। ਲੋਕ ਮਰਨ ਤੋਂ ਬਾਅਦ ਸ਼ਰਾਧ ਕਰਦੇ ਹਨ, 56 ਭੋਗ ਲਵਾਉਂਦੇ ਹਨ, ਭੰਡਾਰਾ ਕਰਦੇ ਆ, ਪਰ ਜਿਉਂਦੇ ਜੀ ਇੱਕ ਇੱਕ ਰੋਟੀ ਦੇ ਲਈ ਤਰਸਾ ਦਿੰਦੇ ਹਨ। ਮਾਂ ਨੂੰ ਰੋਟੀ ਦੀ ਜਗ੍ਹਾ ਸਿਰਫ ਖਾਣੇ ਦੀ ਪਲੇਟ 'ਚ ਹੰਝੂ ਹੀ ਹੰਝੂ ਦਿੰਦੇ ਹਨ, ਅਤੇ ਕੁਝ ਤਾਂ ਇੰਨਾ ਥੱਲੇ ਗਿਰ ਜਾਂਦੇ ਆ ਕਿ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਹੀ ਇਸ ਦੁਨੀਆ ਤੋਂ ਮਿਟਾ ਦਿੰਦੇ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ, ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ।